ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਰਡ ਐਸਐਸਟੀ ਦੀ ਤਿਆਰੀ ਕਰ ਰਹੇ ਵਿਦਿਆਰਥੀ, ਪੀਐਸਟੈਟ, ਸੀਟੈਟ ਔਰ ਹਿਸਟਰੀ ਲੈਕਚਰਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ ਪੰਜਵਾਂ ਟੌਪਿਕ ਕਰਨ ਜਾ ਰਹੇ ਹਾਂ ਜੀ, ਗੁਪਤ ਅੰਪਾਇਰ। ਇਸ ਤੋਂ ਪਹਿਲਾਂ 4 ਟੌਪਿਕ ਅਸੀਂ ਕਰ ਚੁੱਕੇ ਹਾਂ ਜੀ। ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਹਿਸਟਰੀ ਪੰਜਾਬ ਦੀਆਂ ਸਿਵਿਕਸ ਦੀਆਂ ਵੀਡੀਓ ਨੇ ਉਹ ਦੇਖ ਸਕਦੇ ਹੋ ਜੀ। ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ, ਉਸ ਦੇ ਰਾਹੀਂ ਪਲੇਲਿਸਟ 'ਚ ਪਹੁੰਚ ਕੇ ਤੁਸੀਂ ਜਿਹੜੇ ਵੀਡੀਓ ਨੇ ਉਹ ਦੇਖ ਸਕਦੇ ਹੋ ਜੀ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਕਰਾਂਗੇ ਗੁਪਤ ਅੰਪਾਇਰ ਦੇ ਨਾਲ ਰਿਲੇਟਡ ਇੰਪੋਰਟੈਂਟ 60 MCQ ਜੀ। ਹਰ ਇੱਕ ਚੀਜ਼ ਧਿਆਨ ਰੱਖਣੀ ਕਿ ਗੁਪਤ ਕਾਲ ਨੂੰ ਜਾਂ ਗੁਪਤ ਵੰਸ਼ ਨੂੰ, ਗੁਪਤ ਸਾਮਰਾਜ ਨੂੰ ਜਿਹੜਾ ਹੈ ਪ੍ਰਾਚੀਨ ਭਾਰਤੀ ਇਤਿਹਾਸ ਦਾ ਸਵਰਨ ਕਾਲ ਕਿਹਾ ਜਾਂਦਾ, ਸੁਨਹਿਰੀ ਯੁੱਗ ਕਿਹਾ ਜਾਂਦਾ, ਕਿਉਂਕਿ ਇਸ ਕਾਲ ਦੇ ਵਿੱਚ ਜਿਹੜਾ ਹੈ ਸੱਭਿਆਚਾਰ ਦਾ, ਸਾਹਿਤ ਦਾ ਬਹੁਤ ਜ਼ਿਆਦਾ ਜਿਹੜਾ ਵਿਕਾਸ ਹੋਇਆ ਸੀ। ਸੋ ਫਸਟ ਕੁਐਸਚਨ ਹੈ ਜੀ ਅੱਜ ਦਾ ਆਪਣਾ, ਗੁਪਤ ਵੰਸ਼ ਦਾ ਪਹਿਲਾ ਰਾਜਾ ਦੱਸਿਆ ਜਾਂਦਾ ਜੀ। ਤਾਂ ਸਹੀ ਆਨਸਰ ਆਏਗਾ ਇਸ ਦਾ ਆਪਸ਼ਨ ਬੀ ਜੀ, ਸ਼੍ਰੀ ਗੁਪਤ ਨੂੰ ਜਿਹੜਾ ਹੈ ਗੁਪਤ ਵੰਸ਼ ਦਾ ਪਹਿਲਾ ਰਾਜਾ ਦੱਸਿਆ ਜਾਂਦਾ ਹੈ ਜੀ। ਹਾਲਾਂਕਿ ਕੁਝ ਲੇਖਕਾਂ ਦਾ ਮਤ ਹੈ ਕਿ ਸ਼੍ਰੀ ਗੁਪਤ ਦਾ ਆਪਣੇ ਆਪ ਨੂੰ ਮਹਾਰਾਜ ਕਹਿਣਾ ਇਸ ਗੱਲ ਦਾ ਸੂਚਕ ਹੈ ਕਿ ਉਹ ਸੁਤੰਤਰ ਸਮਰਾਟ ਨਹੀਂ ਸੀ ਔਰ ਇਸ ਦੇ ਸ਼ਾਸਨ ਕਾਲ ਦੇ ਸਿੱਕੇ ਵੀ ਪ੍ਰਾਪਤ ਨਹੀਂ ਹੋਏ। ਪਰ ਫਿਰ ਵੀ ਜਿਹੜਾ ਹੈ ਇੱਕ ਅਭਿਲੇਖ ਹੈ, ਇਲਾਹਾਬਾਦ ਦਾ ਸਤੰਭ ਅਭਿਲੇਖ, ਉਸ ਦੇ ਵਿੱਚ ਜਿਹੜਾ ਹੈ ਸ਼੍ਰੀ ਗੁਪਤ ਨੂੰ ਇਹਦਾ ਸਮੁੰਦਰ ਗੁਪਤ ਦਾ ਦਾਦਾ ਦੱਸਿਆ ਜੀ। ਠੀਕ ਹੈ ਜੀ। ਇਸ ਕਰਕੇ ਜਿਹੜਾ ਹੈ ਇਸ ਨੂੰ ਜਿਹੜਾ ਹੈ ਗੁਪਤ ਸਮਰਾਟਾਂ ਦੇ ਵੱਡੇ ਵਡੇਰਿਆਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਜੀ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਸ਼੍ਰੀ ਜਿਹੜਾ ਹੈ ਆਪਣੇ ਨਾਮ ਦੇ ਨਾਲ ਇਹ ਸਨਮਾਨ ਵਜੋਂ ਲਾਉਂਦਾ ਸੀ ਜੀ। ਅਗਲਾ ਕੁਐਸਚਨ ਹੈ ਜੀ, ਸ਼੍ਰੀ ਗੁਪਤ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਜੀ। ਸਹੀ ਇਸ ਦਾ ਜਿਹੜਾ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ, 240 ਤੋਂ ਲੈ ਕੇ 280 ਈਸਵੀ ਤੱਕ ਜਿਹੜਾ ਹੈ ਸ਼੍ਰੀ ਗੁਪਤ ਨੇ ਰਾਜ ਕੀਤਾ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 3, ਕਿਸ ਸਤੰਭ ਵਿੱਚ ਸ਼੍ਰੀ ਗੁਪਤ ਨੂੰ ਸਮੁੰਦਰ ਗੁਪਤ ਦਾ ਦਾਦਾ ਦੱਸਿਆ ਗਿਆ ਹੈ ਜੀ। ਆਪਾਂ ਗੱਲ ਕਰ ਹੀ ਹਟੇ ਹਾਂ ਜੀ, ਆਪਸ਼ਨ ਸੀ ਸਹੀ ਆਨਸਰ ਹੈ ਜੀ। ਇਲਾਹਾਬਾਦ ਦੇ ਸਤੰਭ ਦੇ ਵਿੱਚ ਜਿਹੜਾ ਹੈ ਸ਼੍ਰੀ ਗੁਪਤ ਨੂੰ ਸਮੁੰਦਰ ਗੁਪਤ ਦਾ ਦਾਦਾ ਦੱਸਿਆ ਗਿਆ ਜੀ। ਅਗਲਾ ਕੁਐਸਚਨ ਹੈ ਜੀ, ਕਿਸ ਚੀਨੀ ਯਾਤਰੀ ਅਨੁਸਾਰ ਸ਼੍ਰੀ ਗੁਪਤ ਨੇ ਚੀਨੀ ਯਾਤਰੀਆਂ ਲਈ ਇੱਕ ਮੰਦਰ ਬਣਵਾਇਆ ਸੀ। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਇਤ ਸਿੰਘ। ਇਤ ਸਿੰਘ ਜੇਕਰ ਪੁੱਛਿਆ ਜਾਏ ਕੌਣ ਸੀ ਤਾਂ ਚੀਨੀ ਯਾਤਰੀ ਸੀ ਜੀ, ਜੋ ਕਿ 7ਵੀਂ ਸਦੀ ਦੇ ਵਿੱਚ ਭਾਰਤ ਆਇਆ ਸੀ ਜੀ। ਉਸ ਦਾ ਅਨੁਸਾਰ ਜਿਹੜਾ ਸ਼੍ਰੀ ਗੁਪਤ ਨੇ ਚੀਨੀ ਯਾਤਰੀਆਂ ਲਈ ਇੱਕ ਮੰਦਰ ਬਣਵਾਇਆ ਸੀ ਔਰ ਇਸ ਮੰਦਰ ਨੂੰ 24 ਪਿੰਡ ਜਿਹੜੇ ਨੇ ਉਸਨੇ ਅਨੁਦਾਨ ਵਜੋਂ ਦਿੱਤੇ ਸੀ ਜੀ। ਅਗਲਾ ਕੁਐਸਚਨ ਹੈ ਜੀ, ਸ਼੍ਰੀ ਗੁਪਤ ਦਾ ਉੱਤਰਾਧਿਕਾਰੀ ਸੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ, ਘਟੋਤਕਚ ਜਿਹੜਾ ਹੈ ਉਹ ਘਟੋਤਕਚ ਗੁਪਤ ਕਹਿੰਦੇ ਨੇ ਜੀ ਇਸ ਨੂੰ, ਉਹ ਸ਼੍ਰੀ ਗੁਪਤ ਦਾ ਜਿਹੜਾ ਉੱਤਰਾਧਿਕਾਰੀ ਸੀ ਜੀ। ਔਰ ਇਹ ਵੀ ਯਾਦ ਰੱਖਣਾ ਹੈ ਕਿ ਉਹ ਵੀ ਆਪਣੇ ਆਪ ਨੂੰ ਮਹਾਰਾਜ ਕਹਿੰਦਾ ਸੀ ਜੀ। ਔਰ ਇਸ ਕਰਕੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਵਿਦਵਾਨਾਂ ਦਾ ਕਹਿਣਾ ਹੈ ਕਿ ਉਹ ਵੀ ਸੁਤੰਤਰ ਰਾਜਾ ਨਹੀਂ ਸੀ। ਔਰ ਕੁਝ ਦੂਜੇ ਵਿਦਵਾਨਾਂ ਦਾ ਕਹਿਣਾ ਹੈ ਕਿ ਉਹ ਪਾਟਲੀਪੁੱਤਰ ਅਤੇ ਉਸਦੇ ਲਾਗੇ ਦੇ ਪ੍ਰਦੇਸ਼ਾਂ ਦੇ ਉੱਤੇ ਰਾਜ ਕਰਦਾ ਸੀ ਜੀ। ਔਰ ਡਾਕਟਰ R.C. ਜਮੂਦਰ ਦਾ ਕਥਨ ਦੇ ਅਨੁਸਾਰ ਹੈ ਕਿ ਭਾਵੇਂ ਸੰਭਵ ਤੌਰ 'ਤੇ ਦੋਵੇਂ ਗੁਪਤ ਰਾਜੇ ਵਾਸਤਵ ਵਿੱਚ ਸੁਤੰਤਰ ਸਨ, ਭਾਵੇਂ ਉਹਨਾਂ ਦਾ ਰਾਜ ਬਹੁਤਾ ਜਿਹੜਾ ਵੱਡਾ ਨਹੀਂ ਸੀ। R.D. ਜਮੂਦਰ ਜਿਹੜਾ ਉਹਨਾਂ ਨੂੰ ਸੁਤੰਤਰ ਰਾਜੇ ਮੰਨਦਾ, ਭਾਵੇਂ ਕਿ ਰਾਜ ਉਹਨਾਂ ਦਾ ਵੱਡਾ ਨਹੀਂ ਸੀ ਜੀ। ਕੁਐਸਚਨ ਨੰਬਰ 6 ਹੈ ਜੀ, ਘਟੋਤਕਚ ਗੁਪਤ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ। ਸਹੀ ਆਨਸਰ ਹੈ ਜੀ ਆਪਸ਼ਨ ਡੀ, 280 ਤੋਂ ਲੈ ਕੇ 319 ਈਸਵੀ ਤੱਕ ਮੰਨਿਆ ਜਾਂਦਾ ਕਿ ਉਸਨੇ ਰਾਜ ਕੀਤਾ ਜੀ, ਭਾਵੇਂ ਕਿ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਜੀ। ਅਗਲਾ ਇੰਪੋਰਟੈਂਟ ਕੁਐਸਚਨ ਹੈ ਜੀ, ਗੁਪਤ ਵੰਸ਼ ਦਾ ਅਸਲ ਸੰਸਥਾਪਕ ਸੀ। ਸਹੀ ਜਿਹੜਾ ਇਸ ਦਾ ਆਨਸਰ ਆਊਗਾ ਜੀ ਆਪਸ਼ਨ ਏ, ਚੰਦਰ ਗੁਪਤ ਪਹਿਲਾ ਜਿਹੜਾ ਹੈ ਉਸ ਨੂੰ ਜਿਹੜਾ ਅਸਲ ਸੰਸਥਾਪਕ ਮੰਨਿਆ ਜਾਂਦਾ ਗੁਪਤ ਵੰਸ਼ ਦਾ ਜੀ। ਘਟੋਤਕਚ ਗੁਪਤ ਤੋਂ ਬਾਅਦ ਜਿਹੜਾ ਉਸ ਦਾ ਪੁੱਤਰ ਸੀ ਜੀ ਘਟੋਤਕਚ ਦਾ, ਜਿਹੜਾ ਚੰਦਰਗੁਪਤ ਪਹਿਲਾ। ਸੋ ਚੰਦਰਗੁਪਤ ਪਹਿਲਾ ਜਿਹੜਾ ਹੈ ਰਾਜਗੱਦੀ 'ਤੇ ਬੈਠਾ ਘਟੋਤਕਚ ਤੋਂ ਬਾਅਦ ਜੀ। ਔਰ ਉਹ ਗੁਪਤ ਵੰਸ਼ ਦਾ ਪਹਿਲਾ ਮਹਾਨ ਸਮਰਾਟ ਸੀ। ਕੁਐਸਚਨ ਨੰਬਰ 8 ਹੈ ਜੀ, ਚੰਦਰਗੁਪਤ ਪਹਿਲੇ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਜੀ। ਸਹੀ ਆਨਸਰ ਹੈ ਜੀ ਆਪਸ਼ਨ ਸੀ, 320 ਤੋਂ 335 ਈਸਵੀ ਤੱਕ ਜਿਹੜਾ ਹੈ ਚੰਦਰਗੁਪਤ ਪਹਿਲੇ ਨੇ ਰਾਜ ਕੀਤਾ ਜੀ। ਨੈਕਸਟ ਹੈ ਜੀ, ਚੰਦਰਗੁਪਤ ਨੇ ਕਿਹੜੀ ਉਪਾਧੀ ਧਾਰਨ ਕੀਤੀ ਜੀ। ਸਹੀ ਆਨਸਰ ਹੈ ਜੀ ਆਪਸ਼ਨ ਸੀ, ਮਹਾਰਾਜਾ ਧਰਾਜ ਦੀ ਉਸਨੇ ਜਿਹੜੀ ਹੈ ਉਪਾਧੀ ਧਾਰਨ ਕੀਤੀ ਜੀ। ਸੋ ਇਸ ਤੋਂ ਪਤਾ ਲੱਗ ਗਿਆ ਕਿ ਉਹ ਸੁਤੰਤਰ ਸ਼ਾਸਕ ਸੀ ਅਤੇ ਕਿਸੇ ਦੇ ਅਧੀਨ
ਨਹੀਂ ਸੀ। ਔਰ ਉਸਨੇ ਤਿਆਗੀ ਕਿਹੜੀ ਉਪਾਧੀ ਸੀ? ਮਹਾਰਾਜ ਦੀ ਜੀ। ਮਹਾਰਾਜ ਦੀ ਉਪਾਧੀ ਜੇਕਰ ਪੁੱਛਿਆ ਜਾਏ ਕਿ ਚੰਦਰਗੁਪਤ ਪਹਿਲੇ ਨੇ ਕਿਹੜੀ ਉਪਾਧੀ ਤਿਆਗੀ? ਮਹਾਰਾਜ ਦੀ ਉਪਾਧੀ ਤਿਆਗੀ। ਕਿਹੜੀ ਅਪਣਾਈ ਜਾਂ ਧਾਰਨ ਕੀਤੀ? ਮਹਾਰਾਜਾ ਧਰਾਜ ਦੀ। ਕੁਐਸਚਨ ਨੰਬਰ 10 ਹੈ ਜੀ, ਡਾਕਟਰ KP ਜਾਇਸਵਾਲ ਦੇ ਮਤ ਅਨੁਸਾਰ ਗੁਪਤ ਸ਼ਾਸਕ ਚੰਦਰਗੁਪਤ ਅਸਲ ਵਿੱਚ ਕਿਸ ਨਾਟਕ ਦਾ ਨਾਇਕ ਚੰਦਰਸੇਨ ਸੀ? ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ, ਕਮੋਦੀ ਮਹਾਉਤਸਵ ਜੀ। ਸੋ KP ਜਾਇਸਵਾਲ ਦੇ ਅਨੁਸਾਰ ਗੁਪਤ ਸ਼ਾਸਕ ਜਿਹੜਾ ਚੰਦਰਗੁਪਤ ਪਹਿਲਾ ਹੈ ਉਹ ਅਸਲ ਵਿੱਚ ਨਾਟਕ ਨਾਇਕ ਚੰਦਰਸੇਨ ਹੀ ਸੀ। ਠੀਕ ਹੈ ਜੀ, ਨਾਟਕ ਦਾ ਨਾਇਕ ਸੀ ਚੰਦਰਸੇਨ। ਹਾਲਾਂਕਿ ਜਿਹੜੀ ਇਹਦੀ ਪੁਸ਼ਟੀ ਹੈ ਉਹ ਇਤਿਹਾਸਕ ਤੱਥਾਂ ਤੋਂ ਨਹੀਂ ਹੁੰਦੀ ਜੀ। ਕੁਐਸਚਨ ਨੰਬਰ 11 ਜੀ, ਚੰਦਰਗੁਪਤ ਪਹਿਲੇ ਨੇ ਕਿਸ ਵੰਸ਼ ਨਾਲ ਵਿਵਾਹਿਕ ਸੰਬੰਧ ਜੋੜੇ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਲਿਸ਼ਵੀ ਵੰਸ਼ ਬਹੁਤ ਹੀ ਮਹੱਤਵਪੂਰਨ ਵੰਸ਼ ਸੀ ਜੀ ਉਸ ਸਮੇਂ। ਸੋ ਉਸ ਦੇ ਨਾਲ ਚੰਦਰਗੁਪਤ ਪਹਿਲੇ ਨੇ ਵਿਵਾਹਿਕ ਸੰਬੰਧ ਜੋੜੇ ਔਰ ਲਿਸ਼ਵੀ ਵੰਸ਼ ਦੀ ਕੁਮਾਰ ਦੇਵੀ ਦੇ ਨਾਲ ਉਸਨੇ ਜਿਹੜਾ ਵਿਆਹ ਉਹ ਕਰਵਾਇਆ ਸੀ ਜੀ। ਔਰ ਉਸ ਸਮੇਂ ਜਿਹੜਾ ਲਿਸ਼ਵੀ ਵੰਸ਼ ਹੈ ਪ੍ਰਸਿੱਧ ਅਤੇ ਆਦਰਯੋਗ ਘਰਾਣਾ ਸੀ, ਜਿਸ ਦਾ ਵਿਸ਼ਾਲੀ ਦੇ ਜਿਹੜਾ ਨੇੜੇ ਲਾਗੇ ਦੇ ਪ੍ਰਦੇਸ਼ਾਂ 'ਤੇ ਜਿਹੜਾ ਮਤਲਬ ਅਧਿਕਾਰ ਸੀ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 12, ਕੁਝ ਲੇਖਕ ਅਨੁਸਾਰ ਕਿਹੜਾ ਚੰਦਰਗੁਪਤ ਨੂੰ ਦਾਜ ਦੇ ਵਿੱਚ ਮਿਲਿਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਪਾਟਲੀ ਪੁੱਤਰ। ਕੁਝ ਲੇਖਕਾਂ ਦਾ ਮੰਨਣਾ ਹੈ ਕਿ ਪਾਟਲੀ ਪੁੱਤਰ ਜਿਹੜਾ ਹੈ ਕੁਮਾਰ ਦੇਵੀ ਨਾਮਕ ਜਿਹੜੀ ਕੰਨਿਆ ਨਾਲ ਉਸਨੇ ਵਿਆਹ ਕਰਵਾਇਆ ਸੀ ਚੰਦਰਗੁਪਤ ਪਹਿਲੇ ਨੇ, ਸੋ ਉਸ ਨੂੰ ਉਸ ਦੇ ਨਾਲ ਜਿਹੜਾ ਹੈ ਦਹੇਜ ਦੇ ਵਿੱਚ ਮਿਲਿਆ ਸੀ ਜੀ। ਔਰ ਪ੍ਰੋਫੈਸਰ NN ਘੋਸ਼ ਦੇ ਸ਼ਬਦਾਂ ਦੇ ਵਿੱਚ ਜਿਹੜਾ ਕੁਮਾਰ ਦੇਵੀ ਅਤੇ ਚੰਦਰਗੁਪਤ ਦਾ ਮਿਲਾਪ ਸੀ ਗੁਪਤ ਵੰਸ਼ ਨੂੰ ਮਹਾਨ ਬਣਾਉਣ ਵਿੱਚ ਨਵੇਂ ਯੁੱਗ ਦਾ ਸੂਚਕ ਸੀ ਜੀ। ਪਰ ਜਿਹੜਾ ਹੈ ਇਸ ਗੱਲ ਵਿੱਚ ਭਾਵੇਂ ਦਹਾਜ ਦੇ ਵਿੱਚ ਉਸ ਨੂੰ ਪਾਟਲੀ ਪੁੱਤਰ ਮਿਲਿਆ ਜਾਂ ਨਹੀਂ ਮਿਲਿਆ, ਕਥਨ ਸੱਚ ਹੈ ਜਾਂ ਨਹੀਂ ਸੱਚ, ਪਰ ਇਹ ਗੱਲ ਦੇ ਵਿੱਚ ਬਿਲਕੁਲ ਵੀ ਸੰਦੇਹ ਨਹੀਂ ਹੈਗਾ ਕਿ ਚੰਦਰਗੁਪਤ ਨੇ ਲਿਸ਼ਵੀ ਵੰਸ਼ ਦੀ ਸਹਾਇਤਾ ਨਾਲ ਪਾਟਲੀ ਪੁੱਤਰ ਅਤੇ ਕਈ ਹੋਰ ਜਿਹੜੇ ਪ੍ਰਦੇਸ਼ ਜਿੱਤੇ ਸਨ ਅਤੇ ਕੁਝ ਹੀ ਵਰ੍ਹਿਆਂ ਵਿੱਚ ਮਗਧ ਅਤੇ ਉਸ ਦੇ ਆਸ-ਪਾਸ ਦੇ ਪ੍ਰਦੇਸ਼ਾਂ ਦੇ ਵਿੱਚ ਸਰਵ ਉੱਚ ਜਿਹੜੀ ਉਹਦੀ ਸਥਿਤੀ ਸੀ ਉਹ ਹੋ ਗਈ ਜੀ। ਔਰ ਉਹ ਇਸ ਦੇ ਲਈ ਜਿਹੜਾ ਲਿਸ਼ਵੀ ਵੰਸ਼ ਦਾ ਰਿਣੀ ਸੀ, ਇਸੇ ਲਈ ਉਸਨੇ ਜਿਹੜਾ ਸਿੱਕਿਆਂ ਦੇ ਉੱਤੇ ਉਸਦੇ ਆਪਣੇ ਨਾਂ ਅਤੇ ਮੂਰਤ ਦੇ ਨਾਲ ਮਹਾਦੇਵੀ ਕੁਮਾਰ ਦੇਵੀ ਦਾ ਨਾਂ ਅਤੇ ਮੂਰਤ ਵੀ ਅੰਕਿਤ ਕੀਤੀ ਹੈ ਜੀ। ਔਰ ਅਗਲਾ ਕੁਐਸਚਨ ਹੈ ਜੀ, ਕਿਹੜਾ ਸ਼ਾਸਕ ਆਪਣੇ ਆਪ ਨੂੰ ਮਾਨ ਨਾਲ ਲਿਸ਼ਵੀ ਦੋਹਤਰਾ ਕਿਹਾ ਕਰਦਾ ਸੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਸਮੁੰਦਰਗੁਪਤ ਜੀ। ਸੋ ਸਮੁੰਦਰਗੁਪਤ ਜੋ ਕਿ ਚੰਦਰਗੁਪਤ ਦਾ ਪੁੱਤਰ ਸੀ ਜੀ, ਉਹ ਆਪਣੇ ਆਪ ਨੂੰ ਬੜੇ ਮਾਨ ਨਾਲ ਲਿਸ਼ਵੀ ਦੋਹਤਰਾ ਕਿਹਾ ਕਰਦਾ ਸੀ। ਅਗਲਾ ਕੁਐਸਚਨ ਹੈ ਜੀ, ਕਿਸ ਗੁਪਤ ਸ਼ਾਸਕ ਨੇ ਆਪਣੇ ਸਿੱਕਿਆਂ ਵਿੱਚ ਆਪਣੇ ਅਤੇ ਮੂਰਤ ਦੇ ਨਾਲ ਮਹਾਦੇਵੀ ਕੁਮਾਰ ਦੇਵੀ ਦਾ ਨਾਂ ਅਤੇ ਮੂਰਤ ਵੀ ਅੰਕਿਤ ਕੀਤੀ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਚੰਦਰਗੁਪਤ ਪਹਿਲੇ ਨੇ ਜੀ। ਸੋ ਚੰਦਰਗੁਪਤ ਪਹਿਲੇ ਨੇ ਲਿਸ਼ਵੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਜਦੋਂ ਵਿਆਹ ਕਰਵਾਇਆ ਤਾਂ ਉਸ ਦੀ ਖੁਸ਼ੀ ਦੇ ਵਿੱਚ ਸੋਨੇ ਦੇ ਸਿੱਕੇ ਚਲਾਏ ਸੀ। ਔਰ ਇਹਨਾਂ ਸਿੱਕਿਆਂ 'ਤੇ ਇੱਕ ਪਾਸੇ ਰਾਜੇ ਨੇ ਆਪਣੀ ਰਾਣੀ ਨੂੰ ਇੱਕ ਮੁੰਦਰੀ ਦਿੰਦੇ ਹੋਏ ਦਰਸਾਇਆ ਗਿਆ ਅਤੇ ਨਾਲ ਹੀ ਚੰਦਰਗੁਪਤ ਅਤੇ ਕੁਮਾਰ ਦੇਵੀ ਦੇ ਨਾਮ ਹੀ ਜਿਹੜੇ ਅੰਕਿਤ ਨੇ ਜੀ। ਔਰ ਸਿੱਕਿਆਂ ਦੇ ਦੂਸਰੇ ਪਾਸੇ ਸ਼ੇਰ ਉੱਤੇ ਬੈਠੀ ਦੇਵੀ ਨੂੰ ਦਿਖਾਇਆ ਗਿਆ ਅਤੇ ਨਾਲ ਹੀ ਲਿਸ਼ਵੀ ਸ਼ਬਦ ਉਸ 'ਤੇ ਅੰਕਿਤ ਹੈ ਜੀ। ਕਈ ਵਾਰੀ ਕੁਐਸਚਨ ਆ ਸਕਦਾ ਹੈ ਕਿ ਲਿਸ਼ਵੀ ਸ਼ਬਦ ਕਿਸ ਦੇ ਸਿੱਕਿਆਂ 'ਤੇ ਅੰਕਿਤ ਸੀ? ਤਾਂ ਚੰਦਰਗੁਪਤ ਪਹਿਲੇ ਦੇ ਸਿੱਕਿਆਂ ਦੇ ਉੱਪਰ। ਕੁਐਸਚਨ ਨੰਬਰ 15 ਜੀ, ਚੰਦਰਗੁਪਤ ਪਹਿਲੇ ਨੇ ਲਿਸ਼ਵੀ ਰਾਜਕੁਮਾਰੀ ਨਾਲ ਵਿਆਹ ਦੀ ਖੁਸ਼ੀ ਵਿੱਚ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਸੋਨੇ ਦੇ ਸਿੱਕੇ ਚਲਾਏ। ਕੁਐਸਚਨ ਨੰਬਰ 16 ਹੈ ਜੀ, ਚੰਦਰਗੁਪਤ ਨੇ ਸ਼ਕਤੀ ਫੜਨ ਤੋਂ ਪਹਿਲਾਂ ਮਗਧ ਵਿੱਚ ਕਿਸ ਦਾ ਰਾਜ ਸੀ? ਸਹੀ ਆਨਸਰ ਹੈ ਜੀ ਆਪਸ਼ਨ ਏ, ਕੁਸ਼ਾਣ ਵੰਸ਼ ਦਾ ਰਾਜ ਸੀ ਚੰਦਰਗੁਪਤ ਦੇ ਸ਼ਕਤੀ ਫੜਨ ਤੋਂ ਪਹਿਲਾਂ ਜੀ। ਕੁਐਸਚਨ ਨੰਬਰ ਅੱਗੇ 17 ਹੈ ਜੀ, ਕਿਸ ਪੁਰਾਣ ਤੋਂ ਪਤਾ ਲੱਗਦਾ ਹੈ ਕਿ ਚੰਦਰਗੁਪਤ ਪਹਿਲੇ ਦੇ ਰਾਜ ਵਿੱਚ ਗੰਗਾ, ਪ੍ਰਯਾਗ, ਸਾਕੇਤ ਅਤੇ ਮਗਧ ਪ੍ਰਦੇਸ਼ ਸ਼ਾਮਲ ਸਨ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਵਾਯੂ ਪੁਰਾਣ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਰਾਜ ਦੇ ਵਿੱਚ ਗੰਗਾ, ਪ੍ਰਯਾਗ, ਸਾਕੇਤ ਅਤੇ ਮਗਧ ਪ੍ਰਦੇਸ਼ ਜਿਹੜੇ ਨੇ ਸ਼ਾਮਲ ਸੀ ਜੀ। ਕੁਐਸਚਨ ਨੰਬਰ 18 ਜੀ, ਗੁਪਤ ਸੰਮਤ ਕਿਸ ਦੁਆਰਾ ਚਲਾਇਆ ਗਿਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਚੰਦਰਗੁਪਤ ਪਹਿਲੇ ਦੁਆਰਾ ਜਿਹੜਾ ਹੈ ਗੁਪਤ ਜਿਹੜਾ ਸੰਮਤ ਹੈ ਉਹ ਚਲਾਇਆ ਗਿਆ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 19, ਗੁਪਤ ਸੰਮਤ ਦਾ ਪਹਿਲਾ ਵਰ੍ਹਾ ਕਦੋਂ ਸ਼ੁਰੂ ਹੁੰਦਾ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਗੁਪਤ ਸੰਮਤ ਦਾ ਪਹਿਲਾ ਵਰ੍ਹਾ ਜਿਹੜਾ 26 ਫਰਵਰੀ 320 ਈਸਵੀ ਤੋਂ ਸ਼ੁਰੂ ਹੁੰਦਾ ਹੈ ਜੀ। ਔਰ ਇਸ ਸੰਮਤ ਦੀਆਂ ਮਿਤੀਆਂ ਅਨੁਸਾਰ ਹੀ ਅਸੀਂ ਜਿਹੜਾ ਹੈ ਗੁਪਤ ਕਾਲ ਦੀਆਂ ਮਿਤੀਆਂ ਨੂੰ ਈਸਾ ਦੀਆਂ ਮਿਤੀਆਂ ਦੇ ਵਿੱਚ
समझ लेंदे हैं। क्वेश्चन नंबर 20 है जी, चंद्रगुप्त पहले तो बाद गद्दी ते कौन बैठा? सही आंसर है जी ऑप्शन सी जी, समुंदर गुप्त जी, जो कि एक महान शासक सी जी। 335 ईस्वी ਦੇ ਵਿੱਚ ਜਿਹੜਾ ਹੈ ਉਹ ਚੰਦਰਗੁਪਤ ਪਹਿਲੇ ਤੋਂ ਪਿੱਛੋਂ ਉਸ ਦਾ ਪੁੱਤਰ ਜਿਹੜਾ ਹੈ ਰਾਜਗੱਦੀ ਤੇ ਬੈਠਾ। ਔਰ ਕਿਹਾ ਜਾਂਦਾ ਹੈ ਕਿ ਚੰਦਰਗੁਪਤ ਨੇ ਸਮੁੰਦਰਗੁਪਤ ਦੇ ਗੁਣਾਂ ਤੇ ਯੋਗਤਾ ਤੋਂ ਖੁਸ਼ ਹੋ ਕੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਹੀ ਆਪਣਾ ਜਿਹੜਾ ਉੱਤਰਾਧਿਕਾਰੀ ਨਿਯੁਕਤ, ਯਾਨੀ ਕਿ ਜਿਉਂਦੇ ਜੀ ਹੀ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਗਿਆ ਸੀ, ਕਰ ਦਿੱਤਾ ਸੀ। ਔਰ ਕੁਝ ਲੇਖਕਾਂ ਦੇ ਮਤ ਅਨੁਸਾਰ ਚੰਦਰਗੁਪਤ ਤੇ ਸਮੁੰਦਰਗੁਪਤ ਦੇ ਵਿਚਾਲੇ ਕਾਲ ਵਿੱਚ ਕਾਂਚ ਨਾਮਕ ਦੇ ਇੱਕ ਰਾਜੇ ਨੇ ਕੁਝ ਚਿਰ ਰਾਜ ਕੀਤਾ ਜੀ। ਕਾਂਚ ਨਾਂ ਦੇ ਸਮਾਰਟ ਦੇ ਸਿੱਕੇ ਵੀ ਪ੍ਰਾਪਤ ਹੋਏ ਨੇ ਜੋ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ। ਕਈ ਵਾਰੀ ਕੁਐਸਚਨ ਆ ਜਾਂਦਾ, ਅੱਗੇ ਆਊਗਾ ਵੀ ਆਪਣੇ ਇਸ ਤਰੀਕੇ ਨਾਲ। ਜਿਵੇਂ ਆਪਣਾ ਇੱਕ ਕੁਐਸਚਨ ਹੈ ਕਿ ਕੁਝ ਲੇਖਕਾਂ ਦੇ ਮਤ ਅਨੁਸਾਰ ਚੰਦਰਗੁਪਤ ਪਹਿਲੇ ਅਤੇ ਸਮੁੰਦਰਗੁਪਤ ਦੇ ਵਿਚਾਲੇ ਕਾਲ ਵਿੱਚ ਕਿਸ ਰਾਜੇ ਨੇ ਰਾਜ ਕੀਤਾ? ਤਾਂ ਕਾਂਚ ਰਾਜੇ ਨੇ ਮੰਨਿਆ ਜਾਂਦਾ ਕਿ ਰਾਜ ਕੀਤਾ ਜੀ। ਅੱਗੇ ਸੀ ਜੀ ਕੁਐਸਚਨ ਨੰਬਰ 21 ਹੈ, ਸਮੁੰਦਰਗੁਪਤ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਜੀ? ਤਾਂ ਸਮੁੰਦਰਗੁਪਤ ਨੇ ਜਿਹੜਾ ਰਾਜ ਕੀਤਾ ਸੀ ਜੀ ਉਹ ਕੀਤਾ ਸੀ ਆਪਸ਼ਨ ਬੀ 335 ਤੋਂ ਲੈ ਕੇ 375 ਈਸਵੀ ਤੱਕ ਜੀ। ਅਗਲਾ ਕੁਐਸਚਨ ਹੈ ਜੀ, ਸਰਬਾ ਜੋ ਛਟਾ ਦਾ ਭਾਵ ਕੀ ਹੈ ਜੀ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ, ਸਭ ਰਾਜਿਆਂ ਨੂੰ ਨਸ਼ਟ ਕਰਨ ਵਾਲਾ ਜੀ। ਸੋ ਸਰਬਾ ਜੋ ਛਟਾ ਦਾ ਭਾਵ ਹੈ ਸਭ ਰਾਜਿਆਂ ਨੂੰ ਨਸ਼ਟ ਕਰਨ ਵਾਲਾ ਜੀ। ਸੋ ਕਾਂਚ ਤੇ ਸਮੁੰਦਰਗੁਪਤ ਦੇ ਸਿੱਕੇ ਜਿਹੜੇ ਨੇ ਯਾਦ ਰੱਖਣਾ ਕਿ ਆਪਸ ਦੇ ਵਿੱਚ ਮਿਲਦੇ ਨੇ ਔਰ ਕਾਂਚ ਦੇ ਸਿੱਕਿਆਂ ਦੇ ਉੱਪਰ ਇਹ ਚੀਜ਼ ਅੰਕਿਤ ਹੈ। ਜੇਕਰ ਪੁੱਛਿਆ ਜਾਏ ਕਿ ਕਿਸ ਰਾਜੇ ਦੇ, ਕਾਂਚ ਰਾਜੇ ਦੇ ਸਿੱਕਿਆਂ ਦੇ ਉੱਪਰ ਇਹ ਚੀਜ਼ ਅੰਕਿਤ ਹੈ, ਸਰਬਾ ਜੋ ਹਟਾ, ਜਿਹਦਾ ਭਾਵ ਹੈ ਸਭ ਰਾਜਿਆਂ ਦਾ ਨਸ਼ਟ ਕਰਨ ਵਾਲਾ ਜੀ। ਔਰ NN ਘੋਸ਼ ਮੰਨਦੇ ਹਨ ਕਿ ਕਾਂਚ ਹੀ ਅਸਲ ਦੇ ਵਿੱਚ ਸਮੁੰਦਰਗੁਪਤ ਦਾ ਦੂਸਰਾ ਨਾਮ ਸੀ, ਕਿਉਂਕਿ ਇਹ ਜਿਹੜੇ ਸ਼ਬਦ ਉਹਦੇ ਸਿੱਕਿਆਂ 'ਤੇ ਅੰਕਿਤ ਨੇ, ਸਰਬਾ ਜੋ ਹਸ਼ਟਾ ਮਤਲਬ ਸਭ ਰਾਜਿਆਂ ਨੂੰ ਨਸ਼ਟ ਕਰਨ ਵਾਲਾ, ਸਮੁੰਦਰਗੁਪਤ ਤੋਂ ਬਿਨਾਂ ਹੋਰ ਕੋਈ ਹੋ ਹੀ ਨਹੀਂ ਸਕਦਾ। ਇਸ ਕਰਕੇ ਜਿਹੜਾ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਾਂਚ ਅਤੇ ਸਮੁੰਦਰਗੁਪਤ ਇੱਕ ਹੀ ਵਿਅਕਤੀ ਦੇ ਦੋ ਨਾਂ ਸਨ, ਜਿਵੇਂ ਕਿ ਚੰਦਰਗੁਪਤ ਦੂਜੇ ਦੇ ਵੀ ਕਈ ਨਾਂ ਸੀ ਜੀ। ਕੁਐਸਚਨ ਨੰਬਰ 24 ਹੈ ਜੀ, ਸਮੁੰਦਰਗੁਪਤ ਦੀਆਂ ਜਿੱਤਾਂ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕੀ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਇਲਾਹਾਬਾਦ ਸਤੰਭ ਲੇਖ ਜੀ। ਇਲਾਹਾਬਾਦ ਸਤੰਭ ਲੇਖ ਜਿਹੜਾ ਹੈ ਸਮੁੰਦਰਗੁਪਤ ਦੀਆਂ ਜਿੱਤਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ ਜੀ, ਔਰ ਉਹ ਲਿਖਿਆ ਹੋਇਆ ਹੈ ਹਰੀ ਸੈਨ ਦਾ ਜੀ। ਅਗਲਾ ਕੁਐਸਚਨ ਹੈ ਜੀ, ਕਿਸ ਨੇ ਸਮੁੰਦਰਗੁਪਤ ਨੂੰ ਸੈਂਕੜੇ ਯੁੱਧ ਲੜਨ ਵਿੱਚ ਨਿਪੁੰਨ ਕਿਹਾ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਹਰੀ ਸੈਨ ਨੇ ਜਿਹੜਾ ਹੈ ਉਸ ਨੂੰ ਸੈਂਕੜੇ ਯੁੱਧ ਲੜਨ ਦੇ ਵਿੱਚ ਨਿਪੁੰਨ ਕਿਹਾ ਜੀ। ਇਲਾਹਾਬਾਦ ਦੀ ਪ੍ਰਸਥਿਤੀ ਵਿੱਚ ਹਰੀ ਸੈਨ ਨੇ ਉਸ ਨੂੰ ਇਹ ਗੱਲ ਕਹੀ ਹੈ ਜੀ, ਔਰ ਲਿਖਿਆ ਕਿ ਉਸ ਦਾ ਜਿਹੜਾ ਸਹਾਇਕ ਅਤੇ ਸਾਥੀ ਕੇਵਲ ਉਸ ਦੀ ਆਪਣੀ ਜਿਹੜੀ ਹੈ ਵੀਰਤਾ ਸੀ ਸਮੁੰਦਰਗੁਪਤ ਦੀ ਜੀ। ਔਰ ਜੇਕਰ ਪੁੱਛਿਆ ਜਾਏ ਕਿ ਕੌਣ ਸੀ ਹਰੀ ਸੈਨ, ਤਾਂ ਰਾਜ ਕਵੀ ਸੀ ਜੀ ਸਮੁੰਦਰਗੁਪਤ ਦਾ। ਕੁਐਸਚਨ ਨੰਬਰ ਅੱਗੇ 26 ਹੈ ਜੀ, ਸਮੁੰਦਰਗੁਪਤ ਨੇ ਰਾਜਗੱਦੀ ਸੰਭਾਲਣ ਮਗਰੋਂ ਕਿਹੜੇ ਪ੍ਰਦੇਸ਼ਾਂ 'ਤੇ ਪਹਿਲੀ ਚੜ੍ਹਾਈ ਕੀਤੀ ਜੀ? ਸਹੀ ਜਿਹੜਾ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ, ਉੱਤਰੀ ਭਾਰਤ ਪ੍ਰਦੇਸ਼ਾਂ 'ਤੇ ਪਹਿਲੀ ਮੁਹਿੰਮ ਦੇ ਨਾਲ ਉਸਨੇ ਜਿਹੜੀ ਹੈ ਚੜ੍ਹਾਈ ਕੀਤੀ ਜੀ। ਔਰ ਇਲਾਹਾਬਾਦ ਪ੍ਰਸਥਿਤੀ ਹੈ ਜਿਹੜੀ ਉਸ ਦੀ 13ਵੀਂ ਸਤਰ ਤੋਂ ਪਤਾ ਲੱਗਦਾ ਹੈ, 13ਵੀਂ ਲਾਈਨ ਤੋਂ ਪਤਾ ਲੱਗਦਾ ਹੈ ਕਿ ਇਸ ਮੁਹਿੰਮ ਦੇ ਵਿੱਚ ਉਸਨੇ 3 ਰਾਜਿਆਂ ਨੂੰ ਹਰਾਇਆ ਸੀ ਜੀ। ਅੱਗੇ ਹੈ ਜੀ ਕੁਐਸਚਨ ਨੰਬਰ 27, ਉੱਤਰੀ ਭਾਰਤ ਦੀ ਪਹਿਲੀ ਮੁਹਿੰਮ ਦੇ ਵਿੱਚ ਸਮੁੰਦਰਗੁਪਤ ਨੇ ਕਿਸ ਰਾਜੇ ਨੂੰ ਹਰਾਇਆ ਜੀ? ਅਚਯੁਤੂ ਬਰੇਲੀ ਦੇ ਨੂੰ, ਜਾਂ ਬੀ ਹੈ ਜੀ ਨਾਗਸੇਨ ਪਦਮਾਵਤੀ ਦੇ ਨੂੰ, ਸੀ ਹੈ ਜੀ ਕੋਟਵੰਸ਼ੀ ਗੰਗਾ ਘਾਟੀ ਦੇ ਨੂੰ, ਜਾਂ ਡੀ ਹੈ ਜੀ ਉਪਰੋਕਤ ਸਾਰੇ। ਆਨਸਰ ਆਏਗਾ ਜੀ ਆਪਸ਼ਨ ਡੀ, ਉਪਰੋਕਤ ਸਾਰਿਆਂ ਨੂੰ। ਸੋ ਆਪਾਂ ਗੱਲ ਕਰ ਚੁੱਕੇ ਹਾਂ ਕਿ ਪਹਿਲੀ ਮੁਹਿੰਮ ਉਸਨੇ ਉੱਤਰੀ ਭਾਰਤ 'ਤੇ ਚੜ੍ਹਾਈ ਸੀ ਔਰ ਉਸ ਦੇ ਵਿੱਚ ਉਸਨੇ 3 ਰਾਜੇ ਹਰਾਏ ਸੀ, ਅਚਯੁਤ ਬਰੇਲੀ, ਨਾਗਸੇਨ ਪਦਮਾਵਤੀ ਅਤੇ ਕੋਟਵੰਸ਼ੀ ਗੰਗਾ ਨੂੰ ਜੀ। ਸੋ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਉਸਨੇ ਅਚਯੁਤ ਨੂੰ ਹਰਾਇਆ ਸੀ। ਜੇਕਰ ਕੁਐਸਚਨ ਹੈ ਕਿ ਸਮੁੰਦਰਗੁਪਤ ਨੇ ਸਭ ਤੋਂ ਪਹਿਲਾਂ ਕਿਸ ਰਾਜੇ ਨੂੰ ਹਰਾਇਆ ਜਾਂ ਕਿੱਥੋਂ ਦੇ ਰਾਜੇ ਨੂੰ ਹਰਾਇਆ? ਬਰੇਲੀ ਦੇ ਰਾਜੇ ਨੂੰ ਹਰਾਇਆ, ਨਾਮ ਕੀ ਸੀ ਉਸਦਾ? ਅਚਯੁਤ ਸੀ। ਇਸ ਤਰ੍ਹਾਂ ਦੂਸਰੇ ਨੰਬਰ 'ਤੇ ਉਸਨੇ ਨਾਗਸੇਨ ਨੂੰ ਹਰਾਇਆ ਸੀ, ਕਿੱਥੋਂ ਦਾ ਰਾਜਾ ਸੀ? ਪਦਮਾਵਤੀ ਦਾ। ਤੀਸਰੇ 'ਤੇ ਉਹਨੇ ਕੋਟਵੰਸ਼ੀ ਰਾਜੇ ਨੂੰ ਹਰਾਇਆ ਸੀ ਜੋ ਕਿ ਗੰਗਾ ਘਾਟੀ 'ਤੇ ਰਾਜ ਕਰਦਾ ਸੀ। ਅੱਗੇ ਹੈ ਜੀ ਕੁਐਸਚਨ ਨੰਬਰ 28, ਉੱਤਰੀ ਭਾਰਤ ਦੀ ਦੂਜੀ ਮੁਹਿੰਮ ਤਹਿਤ ਸਮੁੰਦਰਗੁਪਤ ਨੇ ਕਿੰਨੇ ਰਾਜਿਆਂ ਨੂੰ ਹਰਾਇਆ ਜੀ? ਸੋ ਦੂਜੀ
ਮੁਹਿੰਮ ਦੇ ਵਿੱਚ ਉਸਨੇ ਹਰਾਇਆ ਸੀ ਜੀ ਆਪਸ਼ਨ ਡੀ 9 ਰਾਜਿਆਂ ਨੂੰ। ਸੋ 21ਵੀਂ ਇਲਾਹਾਬਾਦ ਦੀ ਜਿਹੜਾ ਅਭਿਲੇਖ ਹੈ ਉਸਦੀ 21ਵੀਂ ਲਾਈਨ ਦੇ ਵਿੱਚ ਦੱਸਿਆ ਗਿਆ ਹੈ ਕਿ ਸਮੁੰਦਰਗੁਪਤ ਨੇ ਉੱਤਰੀ ਭਾਰਤ ਦੀ ਦੂਜੀ ਮੁਹਿੰਮ ਦੇ ਵਿੱਚ 9 ਰਾਜਿਆਂ ਨੂੰ ਹਰਾਇਆ ਸੀ। ਕੁਐਸਚਨ ਆ ਸਕਦਾ ਕਿਸ ਦੇ ਵਿੱਚ ਜਿਹੜਾ ਕਿਸ ਅਭਿਲੇਖ ਦੇ ਵਿੱਚ ਜਾਂ ਕਿਸ ਅਭਿਲੇਖ ਦੀ ਕਿਸ ਲਾਈਨ ਦੇ ਵਿੱਚ ਜਿਹੜਾ ਹੈ ਦੱਸਿਆ ਗਿਆ ਕਿ ਸਮੁੰਦਰਗੁਪਤ ਨੇ 9 ਰਾਜਿਆਂ ਨੂੰ ਹਰਾਇਆ। ਤਾਂ ਇਲਾਹਾਬਾਦ ਪ੍ਰਸਤੁਤੀ ਦੀ 21ਵੀਂ ਸਤਰ ਦੇ ਵਿੱਚ ਦੱਸਿਆ ਗਿਆ ਕਿ 9 ਰਾਜਿਆਂ ਨੂੰ ਉਸਨੇ ਜਿਹੜਾ ਹੈ ਹਰਾਇਆ ਸੀ। ਔਰ ਇੱਥੇ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਕਿ ਉੱਤਰੀ ਭਾਰਤ ਦੀ ਪਹਿਲੀ ਮੁਹਿੰਮ ਮਗਰੋਂ ਜਦੋਂ ਦੱਖਣੀ ਭਾਰਤ ਵੱਲ ਚਲਾ ਗਿਆ ਤਾਂ ਅਸਯੁਤ ਅਤੇ ਨਾਗਸੇਨ ਜਿਨ੍ਹਾਂ ਨੂੰ ਹਰਾਇਆ ਸੀ ਪਹਿਲੇ 3 ਰਾਜਿਆਂ ਨੂੰ, ਉਹਨਾਂ ਨੇ ਹਾਰ ਦਾ ਬਦਲਾ ਲੈਣ ਲਈ 7 ਹੋਰ ਨਾਗ ਵੰਸ਼ ਦੇ ਰਾਜਿਆਂ ਨੂੰ ਆਪਣੇ ਨਾਲ ਮਿਲਾ ਲਿਆ ਸੀ ਜੀ ਔਰ ਉਸ ਦੇ ਵਿਰੁੱਧ ਇੱਕ ਗੁੱਟ ਬਣਾ ਲਿਆ। ਸਮੁੰਦਰਗੁਪਤ ਨੇ 9 ਰਾਜਿਆਂ ਦੇ ਗੱਠਜੋੜ ਦਾ ਵਿਰੋਧ ਕਰਨ ਲਈ ਉੱਤਰੀ ਭਾਰਤ ਉੱਤੇ ਚੜ੍ਹਾਈ ਜਿਹੜੀ ਕੀਤੀ ਸੀ। ਇਲਾਹਾਬਾਦ ਦੇ ਨੇੜੇ ਲੜਾਈ ਹੋਈ ਸੀ ਜੀ ਕੋਸ਼ਾਂਬੀ। ਕਿੱਥੇ ਹੋਈ ਸੀ? ਕੋਸ਼ਾਂਬੀ ਦੇ ਵਿੱਚ। ਇੱਕ ਪਾਸੇ 9 ਰਾਜੇ ਸੀ, ਇੱਕ ਪਾਸੇ ਇਕੱਲਾ ਸਮੁੰਦਰਗੁਪਤ ਸੀ ਜੀ। ਭਿਆਨਕ ਲੜਾਈ ਹੋਈ, ਨਾਗਵੰਸ਼ ਦੇ ਸਾਰੇ ਰਾਜਿਆਂ ਨੂੰ ਹਰਾ ਕੇ ਮਤਲਬ ਮੌਤ ਦੇ ਘਾਟ ਉਤਾਰ ਦਿੱਤਾ ਉਸਨੇ ਅਤੇ ਪ੍ਰਦੇਸ਼ਾਂ ਨੂੰ ਗੁਪਤ ਸਾਮਰਾਜ ਦੇ ਵਿੱਚ ਮਿਲਾ ਲਿਆ, ਜਿਸ ਦੇ ਵਿੱਚ ਸੀ ਰੁਦਰਦੇਵ, ਬੁਦੇਲਖੰਡ, ਮੱਤਿਲ, ਬੁਲੰਦ ਸ਼ਹਿਰ, ਚੰਦਰਵਰਮਨ, ਦੱਖਣੀ ਰਾਜਪੂਤਾਨਾ, ਨੰਦੀ ਨਾਗ ਮੱਧ ਭਾਰਤ ਦਾ, ਬਾਲਵਰਮਨ ਪੂਰਬੀ ਭਾਰਤ ਦਾ, ਨਾਗਦੱਤ ਮੱਧ ਪ੍ਰਦੇਸ਼ ਦਾ, ਗਣਪਤੀ ਨਾਗ ਮਥੁਰਾ ਦਾ, ਅਸਚੁਤ ਬਰੇਲੀ ਦਾ ਔਰ ਨਾਗਸੇਨ ਪਦਮਾਵਤੀ ਦਾ ਸ਼ਾਸਕ ਸੀ 9 ਜਿਨ੍ਹਾਂ ਨੂੰ ਹਰਾਇਆ ਸੀ। ਅਗਲਾ ਕੁਐਸਚਨ ਹੈ ਜੀ ਦੱਖਣੀ ਭਾਰਤ ਦੀ ਮੁਹਿੰਮ ਦਾ। ਦੱਖਣੀ ਭਾਰਤ ਦੀ ਪਹਿਲੀ ਮੁਹਿੰਮ ਦੌਰਾਨ ਸਮੁੰਦਰਗੁਪਤ ਨੇ ਕਿੰਨੇ ਰਾਜਿਆਂ ਨੂੰ ਹਰਾਇਆ? ਸਹੀ ਆਨਸਰ ਹੈ ਜੀ ਆਪਸ਼ਨ ਬੀ 12 ਰਾਜਿਆਂ ਨੂੰ ਹਰਾਇਆ ਸੀ ਜੀ ਦੱਖਣੀ ਭਾਰਤ ਦੀ ਪਹਿਲੀ ਮੁਹਿੰਮ ਦੇ ਦੌਰਾਨ ਜੀ। ਸੋ ਸਮੁੰਦਰਗੁਪਤ ਨੇ ਉੱਤਰੀ ਭਾਰਤ ਵਿੱਚ ਰਾਜ ਖੋਹਣ ਦੀ ਨੀਤੀ ਅਪਣਾਈ ਔਰ ਉਸਨੇ ਕੇਵਲ ਉੱਤਰੀ ਭਾਰਤ ਦੇ 9 ਰਾਜਿਆਂ ਨੂੰ ਹੀ ਨਹੀਂ ਸੀ ਹਰਾਇਆ, ਸਗੋਂ ਉਸਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਔਰ ਗੁਪਤ ਸਮਰਾਜ ਦੇ ਵਿੱਚ ਉਹਨਾਂ ਨੇ ਮਿਲਾ ਲਿਆ ਸੀ। ਔਰ ਇਸੇ ਤਰ੍ਹਾਂ ਹੀ ਫਿਰ ਉਸਨੇ ਜਿਹੜਾ ਹੈ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਗੁਜਰਾਤ ਅਤੇ ਪੱਛਮੀ ਰਾਜਪੂਤਾਨਾ ਨੂੰ ਛੱਡ ਕੇ ਸਮੁੱਚੇ ਉੱਤਰੀ ਭਾਰਤ ਵਿੱਚ ਗੁਪਤ ਸਾਮਰਾਜ ਦਾ ਜਿਹੜਾ ਵਿਸਥਾਰ ਕੀਤਾ ਔਰ ਫਿਰ ਉਹ ਦੱਖਣੀ ਭਾਰਤ ਵੱਲ ਚਲਾ ਗਿਆ ਜੀ ਔਰ ਉੱਥੇ ਫਿਰ ਉਸਨੇ 12 ਰਾਜਿਆਂ ਨੂੰ ਹਰਾਇਆ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 30। ਦੱਖਣੀ ਭਾਰਤ ਦੀ ਮੁਹਿੰਮ ਸਮੇਂ ਸਮੁੰਦਰਗੁਪਤ ਨੇ ਸਭ ਤੋਂ ਪਹਿਲਾਂ ਕਿਸ ਰਾਜੇ ਨੂੰ ਹਰਾਇਆ ਜੀ? ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ ਮਹਿੰਦਰ ਨੂੰ ਜੀ। ਸਭ ਤੋਂ ਪਹਿਲਾਂ ਦੱਖਣੀ ਭਾਰਤ ਦੀ ਮੁਹਿੰਮ ਦੇ ਵਿੱਚ ਉਸਨੇ ਹਰਾਇਆ ਸੀ ਮਹਿੰਦਰ ਗਿਰੀ ਨੂੰ ਜੀ, ਜੋ ਕਿ ਪਿਸ਼ਤਪੁਰ ਦਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 31। ਸਮੁੰਦਰਗੁਪਤ ਦੀ ਦੱਖਣੀ ਭਾਰਤ ਵਿੱਚ ਕਿਸ ਤਰ੍ਹਾਂ ਦੀ ਨੀਤੀ ਜਿਹੜੀ ਹੈ ਅਪਣਾਈ ਜੀ? ਤਾਂ ਸਹੀ ਆਨਸਰ ਹੈ ਜੀ ਆਪਸ਼ਨ ਬੀ ਰਾਜ ਮੋੜਨ ਦੀ ਨੀਤੀ ਜਿਹੜੀ ਉਹਨੇ ਦੱਖਣੀ ਭਾਰਤ ਦੇ ਵਿੱਚ ਅਪਣਾਈ ਜੀ। ਇੱਥੇ ਯਾਦ ਰੱਖਣਾ ਕਿ ਉੱਤਰੀ ਭਾਰਤ ਦੇ ਵਿੱਚ ਰਾਜ ਖੋਹਣ ਦੀ ਨੀਤੀ ਅਪਣਾਈ, ਪਰ ਦੱਖਣੀ ਭਾਰਤ ਦੇ ਵਿੱਚ ਉਸਨੇ ਰਾਜ ਮੋੜਨ ਦੀ ਨੀਤੀ ਅਪਣਾਈ। ਉਹਨੇ ਦੱਖਣੀ ਭਾਰਤ ਦੇ ਰਾਜਿਆਂ ਦੇ ਨਾ ਤਾਂ ਪ੍ਰਦੇਸ਼ਿਕ ਹੋਏ ਅਤੇ ਨਾ ਹੀ ਉਹਨਾਂ ਨੂੰ ਗੱਦੀਆਂ ਲਾਇਆ। ਉਸਨੇ ਉਹਨਾਂ ਰਾਜਿਆਂ ਨੂੰ ਕੇਵਲ ਆਪਣੀ ਅਧੀਨਤਾ ਮੰਨ ਲੈਣ ਦੇ ਲਈ ਜਿਹੜਾ ਮਜਬੂਰ ਉਹ ਕੀਤਾ ਸੀ ਔਰ ਸਮੁੰਦਰਗੁਪਤ ਦੀ ਇਹ ਨੀਤੀ ਇਸ ਲਈ ਅਪਣਾਈ ਕਿਉਂਕਿ ਇਹ ਚਤਰ ਰਾਜਨੀਤੀਵਾਨ ਸੀ ਜੀ। ਸਮਝ ਲਿਆ ਸੀ ਕਿ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਜਿਹੜਾ ਦੱਖਣੀ ਭਾਰਤ ਦੇ ਰਾਜਾਂ ਨੂੰ ਸਫਲਤਾਪੂਰਵਕ ਆਪਣੇ ਅਧਿਕਾਰ 'ਚ ਰੱਖਣਾ ਜਿਹੜਾ ਔਖਾ ਹੋਏਗਾ ਜੀ। ਇਸ ਕਰਕੇ ਉਸਨੇ ਰਾਜ ਮੋੜਨ ਦੀ ਨੀਤੀ ਜਿਹੜੀ ਹੈ ਅਪਣਾਈ ਜੀ। ਕੁਐਸਚਨ ਨੰਬਰ 32 ਹੈ ਜੀ ਲੰਕਾ ਦੇ ਕਿਸ ਰਾਜੇ ਨੇ ਆਪਣੇ ਦੂਤ ਰਾਹੀਂ ਸਮੁੰਦਰਗੁਪਤ ਨੂੰ ਭੇਟਾ ਭੇਜੀ ਅਤੇ ਉਸ ਕੋਲੋਂ ਬੋਧੀ ਗਿਆ ਵਿੱਚ ਲੰਕਾ ਦੇ ਭਿਕਸ਼ੂਆਂ ਦੇ ਠਹਿਰ ਲਈ ਇੱਕ ਮੱਠ ਬਣਾਉਣ ਦੀ ਆਗਿਆ ਮੰਗੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਮੇਘਵਰਨ ਜੀ। ਸੋ ਲੰਕਾ ਦਾ ਰਾਜਾ ਸੀ ਜੀ ਮੇਘਵਰਨ, ਜਿਸ ਨੇ 352 ਤੋਂ 379 ਈਸਵੀ ਤੱਕ ਰਾਜ ਕੀਤਾ ਜੀ। ਉਹਨੇ ਦੂਤ ਰਾਹੀਂ ਜਿਹੜਾ ਸਮੁੰਦਰਗੁਪਤ ਨੂੰ ਭੇਟਾ ਵੀ ਭੇਜੀ ਸੀ ਅਤੇ ਉਸ ਕੋਲੋਂ ਬੋਧੀ ਗਿਆ ਵਿੱਚ ਲੰਕਾ ਦੇ ਭਿਕਸ਼ੂਆਂ ਦੇ ਠਹਿਰ ਲਈ ਮੱਠ ਬਣਾਉਣ ਦੀ ਆਗਿਆ ਮੰਨੀ ਸੀ। ਸਮੁੰਦਰਗੁਪਤ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ, ਇਸ ਲਈ ਮੇਘਵਰਨ ਨੇ ਗਿਆ ਦੇ ਬੋਧੀ ਬਿਰਛ ਦੇ ਨੇੜੇ 3 ਮੰਜ਼ਲਾਂ ਦਾ ਇੱਕ ਮੱਠ ਜਿਹੜਾ ਬਣਵਾਇਆ ਸੀ ਜੀ। ਯਾਨੀ ਕਿ ਮਿੱਤਰਤਾਪੂਰਨ ਸੰਬੰਧ ਸੀ ਉਹਦੇ ਵਿਦੇਸ਼ਾਂ ਦੇ ਨਾਲ ਸਮੁੰਦਰਗੁਪਤ ਦੇ। ਕੁਐਸਚਨ ਨੰਬਰ 33 ਹੈ ਜੀ ਕਿਸ ਗੁਪਤ ਸ਼ਾਸਕ ਨੇ ਅਸ਼ਵਮੇਧ ਯੱਗ ਕੀਤਾ? ਸਹੀ ਜਿਹੜਾ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ ਸਮੁੰਦਰਗੁਪਤ ਅਤੇ ਚੰਦਰਗੁਪਤ ਦੂਜੇ। ਸੋ ਇਹਨਾਂ ਦੋਨਾਂ ਨੇ ਜਿਹੜਾ ਅਸ਼ਵਮੇਧ ਯੱਗ ਕੀਤਾ ਸੀ ਜੀ। ਸੋ ਇੱਕ ਵਿਸ਼ਾਲ ਜਿਹੜਾ ਸਾਮਰਾਜ ਕਾਇਮ ਕਰ ਲੈਣ ਤੋਂ ਬਾਅਦ ਸਮੁੰਦਰਗੁਪਤ ਨੇ ਮਹਾਨ ਹਿੰਦੂ ਸਮਰਾਟਾਂ ਦੀ ਤਰ੍ਹਾਂ ਅਸ਼ਵਮੇਧ ਯੱਗ ਕੀਤਾ ਜੀ। ਇਸ ਸ਼ੁਭ ਅਵਸਰ 'ਤੇ ਜਿਹੜਾ ਉਸਨੇ ਸੋਨੇ ਦੇ ਸਿੱਕੇ ਚਾਲੂ ਕੀਤੇ ਅਤੇ ਕਾਫੀ ਜ਼ਿਆਦਾ ਗਿਣਤੀ ਵਿੱਚ ਸੋਨੇ ਦੇ ਸਿੱਕੇ ਬ੍ਰਾਹਮਣਾਂ ਦੇ ਵਿੱਚ ਵੰਡੇ ਔਰ ਇਹਨਾਂ ਸਿੱਕਿਆਂ ਦੇ ਇੱਕ ਪਾਸੇ ਯੱਗ ਦੇ ਘੋੜੇ ਦੀ ਮੂਰਤ ਅੰਕਿਤ ਸੀ ਅਤੇ ਦੂਜੇ ਪਾਸੇ ਅਸ਼ਵਮੇਧ ਪਰਾਕਰਮ ਦੀ ਉਪਾਧੀ ਅੰਕਿਤ ਸੀ ਜੀ।
ਅਗਲਾ ਕੁਐਸਚਨ ਹੈ ਜੀ, ਕਿਸ ਲੇਖਕ ਦੇ ਅਨੁਸਾਰ ਸਮੁੰਦਰ ਗੁਪਤ ਨੂੰ ਭਾਰਤੀ ਨਪੋਲੀਅਨ ਦੀ ਪਦਵੀ ਦਿੱਤੀ ਜਾ ਸਕਦੀ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਡਾਕਟਰ VA ਸਮਿਥ ਜੀ। ਸੋ ਭਾਰਤੀ ਨਪੋਲੀਅਨ ਵੀ ਕਿਹਾ ਜਾਂਦਾ ਸਮੁੰਦਰ ਗੁਪਤ ਨੂੰ, ਕਿਉਂਕਿ ਨਪੋਲੀਅਨ ਵਾਂਗ ਸਮੁੰਦਰ ਗੁਪਤ ਵੀ ਇੱਕ ਮਹਾਨ ਜੇਤੂ ਸੀ ਜੀ। ਅਗਲਾ ਕੁਐਸਚਨ ਹੈ ਜੀ, ਨਪੋਲੀਅਨ ਕਿੱਥੋਂ ਦਾ ਸ਼ਾਸਕ ਸੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਫਰਾਂਸ ਦਾ ਜੀ। ਸੋ ਨਪੋਲੀਅਨ ਨਾਲ ਤੁਲਨਾ ਕੀਤੀ ਜਾਂਦੀ ਹੈ ਤਾਂ ਥੋੜ੍ਹੇ ਜਿਹੇ ਕੁਐਸਚਨ ਆਪਾਂ ਨੂੰ ਨਪੋਲੀਅਨ ਦੇ ਨਾਲ ਰਿਲੇਟਡ ਵੀ ਇਸ ਟੌਪਿਕ ਦੇ ਵਿੱਚ ਕਰਨੇ ਪੈਣਗੇ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 36, ਨਪੋਲੀਅਨ ਨੇ ਫੌਜੀ ਕਾਰਵਾਈ ਕਦੋਂ ਆਰੰਭੀ ਸੀ? ਤਾਂ ਸਹੀ ਜਿਹੜਾ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ। 1796 ਈਸਵੀ ਦੇ ਵਿੱਚ ਉਸਨੇ ਆਪਣੀ ਜਿਹੜੀ ਫੌਜੀ ਕਾਰਵਾਈ ਹੈ ਆਰੰਭ ਕੀਤੀ ਸੀ ਅਤੇ 10 ਵਰ੍ਹਿਆਂ ਦੇ ਅੰਦਰ ਅੰਦਰ ਸਾਰੇ ਯੂਰਪ ਵਿੱਚ ਆਪਣੀ ਜਿਹੜੀ ਵੀਰਤਾ ਦੀ ਧਾਕ ਜਮਾ ਦਿੱਤੀ ਸੀ। ਕੁਐਸਚਨ ਨੰਬਰ ਅੱਗੇ ਹੈ ਜੀ 37, ਨਪੋਲੀਅਨ ਨੇ ਫਰਾਂਸ ਦੇ ਸਮਰਾਟ ਦੀ ਪਦਵੀ ਕਦੋਂ ਧਾਰਨ ਕੀਤੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, 1804 ਈਸਵੀ ਦੇ ਵਿੱਚ ਉਸਨੇ ਜਿਹੜਾ ਹੈ ਫਰਾਂਸ ਦੇ ਸਮਰਾਟ ਦੀ ਪਦਵੀ ਧਾਰਨ ਕੀਤੀ ਸੀ ਜੀ। ਕੁਐਸਚਨ ਨੰਬਰ 38 ਹੈ ਜੀ, ਨਪੋਲੀਅਨ ਦੀਆਂ ਜਿੱਤਾਂ ਦਾ ਅੰਤ ਕਿਹੜੀ ਲੜਾਈ ਨਾਲ ਹੋਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਵਾਟਰਲੂ ਦੀ ਲੜਾਈ ਦੇ ਨਾਲ ਹੋਇਆ ਸੀ ਜੀ 1815 ਈਸਵੀ ਦੇ ਵਿੱਚ ਜੀ ਜਿੱਤਾਂ ਦਾ ਅੰਤ। ਕੁਐਸਚਨ ਨੰਬਰ 39 ਹੈ ਜੀ, ਸਮੁੰਦਰ ਗੁਪਤ ਨਾਲ ਸੰਬੰਧਿਤ ਕਿਹੜਾ ਕਥਨ ਸਹੀ ਹੈ? ਆਪਸ਼ਨ ਏ ਹੈ ਜੀ ਉਹ ਉੱਚ ਕੋਟੀ ਦਾ ਕਵੀ ਸੀ ਅਤੇ ਉਸਨੇ ਕਵੀ ਰਾਜ ਦੀ ਉਪਾਧੀ ਪ੍ਰਾਪਤ ਕੀਤੀ। ਬੀ ਹੈ ਜੀ ਉਹ ਮਹਾਨ ਸੰਗੀਤਕਾਰ ਸੀ। ਸੀ ਹੈ ਸਮੁੰਦਰ ਗੁਪਤ ਨੇ ਕੁਝ ਅਜਿਹੇ ਸਿੱਕੇ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਉਹ ਗੱਦੀ 'ਤੇ ਬੈਠਾ ਵੀਣਾ ਵਜਾ ਰਿਹਾ। ਡੀ ਉਪਰੋਕਤ ਸਾਰੇ ਜੀ। ਸਹੀ ਆਨਸਰ ਆਪਸ਼ਨ ਡੀ ਹੈ ਜੀ। ਕੁਐਸਚਨ ਆ ਸਕਦਾ ਹੈ ਕਿ ਉਹ ਸਮੁੰਦਰ ਗੁਪਤ ਉੱਚ ਕੋਟੀ ਦਾ ਕਵੀ ਸੀ? ਸੀ ਜਾਂ ਉਹ ਵੀਣਾ ਵਜਾ ਰਿਹਾ ਕਿਸੇ ਗੱਦੀ 'ਤੇ ਬੈਠਾ ਹੋਇਆ ਦਿਖਦਾ ਸਮੁੰਦਰ ਗੁਪਤ, ਤਾਂ ਹਾਂ ਦੇ ਵਿੱਚ ਆਊਗਾ। ਜਾਂ ਉਹ ਮਹਾਨ ਸੰਗੀਤਕਾਰ ਸੀ, ਤਾਂ ਸਾਰਿਆਂ ਦਾ ਆਨਸਰ ਕੁਐਸਚਨਾਂ ਦਾ ਹਾਂ ਹੋਊਗਾ ਜੀ। ਕੁਐਸਚਨ ਨੰਬਰ 40 ਹੈ ਜੀ, ਮਹਾਯਾਨ ਸੂਤਰਾ ਅਲੰਕਾਰ ਦਾ ਲੇਖਕ ਹੈ? ਸਹੀ ਆਨਸਰ ਹੈ ਜੀ ਆਪਸ਼ਨ ਏ, ਅਸੰਗ ਜੀ। ਔਰ ਵਸੂਬੰਧ ਨੇ ਜਿਹੜਾ ਹੈ ਅਭਿਧਰਮਕੋਸ਼ ਜਿਹੜਾ ਹੈ ਲਿਖਿਆ ਸੀ। ਔਰ ਅਸੰਗ ਅਤੇ ਵਸੂਬੰਧੂ ਜਿਹੜੇ ਨੇ ਦੋਵੇਂ ਸਮੁੰਦਰ ਗੁਪਤ ਦੇ ਦਰਬਾਰ ਦੇ ਦੋ ਪ੍ਰਸਿੱਧ ਵਿਦਵਾਨ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 41, ਸਮੁੰਦਰ ਗੁਪਤ ਦੇ ਸਿੱਕਿਆਂ 'ਤੇ ਕਿਸ ਦੇਵੀ ਦੀਆਂ ਮੂਰਤੀਆਂ ਅੰਕਿਤ ਨੇ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਉਪਰੋਕਤ ਸਾਰੀਆਂ ਜੀ। ਦੁਰਗਾ ਦੀ ਵੀ, ਲక్ష్ਮੀ ਦੀ, ਗੰਗਾ ਦੀ। ਸੋ ਸਾਰੀਆਂ ਦੀ ਜਿਹੜੀ ਸਮੁੰਦਰ ਗੁਪਤ ਦੇ ਸਿੱਕਿਆਂ 'ਤੇ ਮੂਰਤੀਆਂ ਅੰਕਿਤ ਨੇ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 42, ਸਮੁੰਦਰ ਗੁਪਤ ਕਿਸ ਧਰਮ ਨੂੰ ਮੰਨਣ ਵਾਲਾ ਸੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਹਿੰਦੂ ਧਰਮ ਨੂੰ ਮੰਨਣ ਵਾਲਾ ਸੀ ਸਮੁੰਦਰ ਗੁਪਤ ਜੀ। ਸੋ ਸਮੁੰਦਰ ਗੁਪਤ ਬ੍ਰਾਹਮਣ ਧਰਮ, ਹਿੰਦੂ ਧਰਮ ਦਾ ਮੰਨਣ ਵਾਲਾ ਸੀ। ਔਰ ਉਹਦੇ ਸਿੱਕਿਆਂ 'ਤੇ ਜਿਹੜਾ ਵਿਸ਼ਨੂੰ ਅਤੇ ਗਰੁੜ ਦੀਆਂ ਮੂਰਤੀਆਂ ਜਿਹੜੀਆਂ ਅੰਕਿਤ ਹੋਣਾ ਇਸ ਗੱਲ ਨੂੰ ਸਿੱਧ ਕਰਦੀਆਂ ਨੇ ਕਿ ਉਹ ਵਿਸ਼ਨੂੰ ਦਾ ਉਪਾਸਕ ਸੀ। ਔਰ ਇੱਕ ਕੱਟੜ ਹਿੰਦੂ ਸਮਰਾਟ ਹੀ ਆਪਾਂ ਨੂੰ ਪਤਾ ਹੈ ਕਿ ਅਸ਼ਵਮੇਧ ਯੱਗ ਜਿਹੜਾ ਕਰ ਸਕਦਾ। ਔਰ ਇਸ ਸ਼ੁਭ ਅਵਸਰ 'ਤੇ ਉਹਨੇ ਬ੍ਰਾਹਮਣਾਂ ਦੀ ਵੀ ਕਾਫੀ ਆਪਾਂ ਨੂੰ ਪਤਾ, ਆਪਾਂ ਕਰ ਚੁੱਕੇ ਹਾਂ ਡਿਸਕਸ, ਕਿ ਸੇਵਾ ਵਗੈਰਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਦਾਨ ਵਗੈਰਾ ਕੀਤਾ ਸੀ। ਕੁਐਸਚਨ ਨੰਬਰ 43 ਹੈ ਜੀ, ਸਮੁੰਦਰ ਗੁਪਤ ਨੇ ਕਿਸ ਭਾਸ਼ਾ ਨੂੰ ਅਪਣਾਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਸੰਸਕ੍ਰਿਤ ਭਾਸ਼ਾ ਨੂੰ ਉਸਨੇ ਅਪਣਾਇਆ ਸੀ ਜੀ ਸਮੁੰਦਰ ਗੁਪਤ ਨੇ। ਨੈਕਸਟ ਹੈ ਜੀ ਅਗਲਾ ਕੁਐਸਚਨ ਹੈ ਜੀ, ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ? ਸਮੁੰਦਰ ਗੁਪਤ ਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ। ਅਸ਼ਵਮੇਧ ਯੱਗ ਦੇ ਅਵਸਰ 'ਤੇ ਚੰਦਰਗੁਪਤ ਨੇ ਸੋਨੇ ਦੇ ਸਿੱਕੇ ਚਾਲੂ ਕੀਤੇ ਸਨ। ਸਮੁੰਦਰ ਗੁਪਤ ਅਸ਼ੋਕ ਵਾਂਗ ਸ਼ਾਂਤੀ ਅਤੇ ਅਹਿੰਸਾ ਦੀ ਨੀਤੀ 'ਤੇ ਵਿਸ਼ਵਾਸ ਰੱਖਦਾ ਸੀ। ਡੀ ਉਪਰੋਕਤ ਸਾਰੇ ਜੀ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਸੋ ਸਮੁੰਦਰ ਗੁਪਤ ਜਿਹੜਾ ਹੈ ਅਸ਼ੋਕ ਵਾਂਗ ਸ਼ਾਂਤੀ ਅਤੇ ਅਹਿੰਸਾ ਦੀ ਨੀਤੀ 'ਤੇ ਵਿਸ਼ਵਾਸ ਨਹੀਂ ਸੀ ਰੱਖਦਾ ਸੀ। ਸੋ ਅਸ਼ਵਮੇਧ ਯੱਗ ਆਪਾਂ ਨੂੰ ਪਤਾ ਉਸਨੇ ਕੀਤਾ ਸੀ, ਸਿੱਕੇ ਵੀ ਵੰਡੇ ਸੀ, ਪਰ ਇਹ ਜਿਹੜਾ ਹੈ ਸੀ ਜਿਹੜਾ ਸਹੀ ਨਹੀਂ ਹੈ। ਕੁਐਸਚਨ ਨੰਬਰ 45, ਸਮੁੰਦਰ ਗੁਪਤ ਤੋਂ ਬਾਅਦ ਕੌਣ ਗੱਦੀ 'ਤੇ ਬੈਠਾ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਰਾਮ ਗੁਪਤ ਜੀ। ਸਮੁੰਦਰ ਗੁਪਤ ਦੀ ਮੌਤ ਪਿੱਛੋਂ ਮੰਨਿਆ ਜਾਂਦਾ ਕਿ ਉਸਦਾ ਪੁੱਤਰ ਜਿਹੜਾ ਹੈ ਰਾਮ ਗੁਪਤ ਉਹ ਗੱਦੀ 'ਤੇ ਬੈਠਾ ਸੀ, ਜਿਸ ਨੇ 375 ਈਸਵੀ ਤੋਂ 380 ਤੱਕ ਰਾਜ ਜਿਹੜਾ ਹੈ ਕੀਤਾ ਜੀ। 375 ਤੋਂ ਲੈ ਕੇ 380 ਈਸਵੀ ਤੱਕ। ਕੁਐਸਚਨ ਨੰਬਰ 46 ਹੈ ਜੀ, ਪ੍ਰਸਿੱਧ ਨਾਟਕਕਾਰ ਵਿਸ਼ਾਖਾ ਦੱਤ ਨੇ ਆਪਣੇ ਕਿਸ ਨਾਟਕ ਵਿੱਚ ਰਾਮ ਗੁਪਤ ਦਾ ਵਰਣਨ ਕੀਤਾ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਦੇਵੀ ਚੰਦਰ ਗੁਪਤਮ ਦੇ ਵਿੱਚ ਉਸਨੇ ਵਿਸ਼ਾਖਾ ਦੱਤ ਨੇ ਜਿਹੜਾ ਹੈ ਰਾਮ ਗੁਪਤ ਦਾ ਵਰਣਨ ਕੀਤਾ। ਕੁਐਸਚਨ ਨੰਬਰ 47 ਜੀ, ਰਾਮ ਗੁਪਤ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਸੋ ਆਪਾਂ ਡਿਸਕਸ ਕਰ ਲਿਆ ਜੀ, ਆਪਸ਼ਨ ਸੀ 375 ਤੋਂ ਲੈ ਕੇ 380 ਈਸਵੀ ਤੱਕ। ਨੈਕਸਟ ਕੁਐਸਚਨ ਹੈ ਜੀ, ਰਾਮ ਗੁਪਤ ਕਿਹਨਾਂ ਤੋਂ ਬੁਰੀ ਤਰ੍ਹਾਂ ਹਾਰ ਗਿਆ ਜੀ? ਸਹੀ ਆਨਸਰ ਹੈ ਜੀ ਆਪਸ਼ਨ
ਸੀ ਜੀ, ਸ਼ੱਕਾਂ ਤੋਂ ਜਿਹੜਾ ਹੈ ਬੁਰੀ ਤਰ੍ਹਾਂ ਹਾਰ ਗਿਆ ਸੀ। ਉਹ ਜਿਹੜਾ ਬੜਾ ਨਿਰਬਲ ਤੇ ਕਾਇਰ ਸ਼ਾਸਕ ਸੀ ਜੀ, ਉਸ ਨੂੰ ਸ਼ੱਕਾਂ ਨਾਲ ਲੜਾਈ ਲੜਨੀ ਪਈ, ਜਿਸ ਵਿੱਚ ਬੁਰੀ ਤਰ੍ਹਾਂ ਹਾਰ ਗਿਆ ਤੇ ਅੰਤ ਵਿੱਚ ਉਸਨੇ ਸ਼ੱਕ ਰਾਜਾ ਕੋਲ ਆਪਣੀ ਪਤਨੀ ਧਰੂਵੀ ਦੇਵੀ ਭੇਜਣ ਦਾ ਵਚਨ ਦਿੱਤਾ ਜੀ। ਪਰ ਰਾਮਗੁਪਤ ਦਾ ਜਿਹੜਾ ਛੋਟਾ ਭਰਾ ਸੀ ਜੀ ਚੰਦਰਗੁਪਤ, ਇਸ ਅਪਮਾਨ ਨੂੰ ਸਹਾਰ ਨਾ ਸਕਿਆ। ਉਹ ਧਰੂਵੀ ਦੇਵੀ ਯਾਨੀ ਕਿ ਉਸਦੀ ਪਤਨੀ ਦੇ ਭੇਸ ਦੇ ਵਿੱਚ ਆਪ ਸ਼ੱਕ ਰਾਜਾ ਕੋਲ ਚਲਾ ਗਿਆ ਤੇ ਉੱਥੇ ਪਹੁੰਚ ਕੇ ਉਸਨੇ ਉਸ ਨੂੰ ਕਤਲ ਕਰ ਦਿੱਤਾ ਔਰ ਇਸ ਦੇ ਪਿੱਛੋਂ ਉਸਨੇ ਆਪਣੇ ਨਿਰਬਲ ਤੇ ਕਾਇਰ ਭਰਾ ਰਾਮਗੁਪਤ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਧਰੂਵੀ ਦੇਵੀ ਨਾਲ ਆਪ ਵਿਆਹ ਕਰਾ ਲਿਆ ਸੀ। ਹਾਲਾਂਕਿ ਕਈ ਇਤਿਹਾਸਕਾਰ ਜਿਹੜਾ ਇਸ ਨੂੰ ਸੱਚ ਨਹੀਂ ਮੰਨਦੇ, ਕਿਉਂਕਿ ਜਿਹੜੇ ਗੁਪਤ ਕਾਲ ਦੇ ਸੋਮੇ ਨੇ, ਸਮਕਾਲੀ ਸੋਮੇ ਨੇ, ਉਸ ਦੇ ਵਿੱਚ ਰਾਮਗੁਪਤ ਦਾ ਜਿਹੜਾ ਉਲੇਖ ਨਹੀਂ ਮਿਲਦਾ ਤੇ ਨਾ ਹੀ ਰਾਮਗੁਪਤ ਦੇ ਨਾਂ ਦੇ ਸਿੱਕੇ ਪ੍ਰਾਪਤ ਹੋਏ ਨੇ। ਪਰ ਇਸ ਕਹਾਣੀ ਨੂੰ ਬਿਲਕੁਲ ਝੂਠੀ ਵੀ ਨਹੀਂ ਮੰਨਿਆ ਜਾ ਸਕਦਾ। ਸੋ ਬਾਣ ਦੇ ਹਰਸ਼ ਚਰਿੱਤਰ ਤੋਂ ਇਸ ਗੱਲ ਦੀ ਜਿਹੜੀ ਪੁਸ਼ਟੀ ਹੋ ਜਾਂਦੀ ਹੈ ਕਿ ਚੰਦਰਗੁਪਤ ਨੇ ਇੱਕ ਇਸਤਰੀ ਦੇ ਭੇਸ ਵਿੱਚ ਸ਼ੱਕ ਰਾਜੇ ਨੂੰ ਕਤਲ ਕੀਤਾ ਸੀ ਔਰ ਉਸ ਤੋਂ ਬਾਅਦ ਜਿਹੜਾ ਚੰਦਰਗੁਪਤ ਦੂਜਾ ਜਾਂ ਵਿਕਰਮਾਦਿੱਤ ਜਿਹੜਾ ਕਿ ਇਸ ਨੂੰ ਕਿਹਾ ਜਾਂਦਾ, ਉਹ ਗੱਦੀ 'ਤੇ ਬੈਠਾ ਸੀ ਜੀ। ਸੋ ਰਾਮਗੁਪਤ ਦੀ ਪਤਨੀ ਧਰੂਵੀ ਦੇਵੀ ਦੇ ਭੇਸ ਵਿੱਚ ਕੌਣ ਸ਼ੱਕ ਰਾਜਾ ਕੋਲ ਗਿਆ ਸੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਚੰਦਰਗੁਪਤ ਦੂਜਾ ਜੀ। ਸੋ ਨਾਲ ਇਹਦੇ ਦੂਜਾ ਜ਼ਰੂਰ ਲਿਖ ਦੇਣਾ ਜੀ। ਨੈਕਸਟ ਹੈ ਜੀ, ਚੰਦਰਗੁਪਤ ਦੂਜੇ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, 380 ਤੋਂ 414 ਈਸਵੀ ਤੱਕ ਚੰਦਰਗੁਪਤ ਦੂਜੇ ਨੇ ਰਾਜ ਕੀਤਾ। ਕੁਐਸਚਨ ਨੰਬਰ 51 ਜੀ, ਚੰਦਰਗੁਪਤ ਦੇ ਅਭਿਲੇਖਾਂ ਵਿੱਚ ਉਸ ਨੂੰ ਨਾਮ ਦਿੱਤਾ ਗਿਆ ਹੈ ਜੀ। ਸਹੀ ਆਨਸਰ ਹੈ ਜੀ ਆਪਸ਼ਨ ਡੀ, ਉਪਰੋਕਤ ਸਾਰੇ। ਸੋ ਉਸ ਨੂੰ ਜਿਹੜਾ ਦੇਵਗੁਪਤ ਵੀ, ਦੇਵਰਾਜ ਵੀ ਔਰ ਦੇਵਸ਼੍ਰੀ ਵੀ ਕਿਹਾ ਗਿਆ ਜੀ। ਕੁਐਸਚਨ ਨੰਬਰ ਅੱਗੇ 52 ਹੈ ਜੀ, ਚੰਦਰਗੁਪਤ ਦੀ ਪੱਛਮੀ ਭਾਰਤ ਦੇ ਚੜ੍ਹਾਈ ਸਮੇਂ ਮਾਲਵਾ, ਗੁਜਰਾਤ, ਸੌਰਾਸ਼ਟਰ ਪ੍ਰਦੇਸ਼ਾਂ 'ਤੇ ਕਿਸ ਵੰਸ਼ ਨੇ ਸ਼ਕਤੀ ਜਮਾਈ ਹੋਈ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਸ਼ਕ ਵੰਸ਼ ਨੇ ਜੀ। ਕੁਐਸਚਨ ਨੰਬਰ ਅੱਗੇ 53 ਜੀ, ਚੰਦਰਗੁਪਤ ਨੇ ਕਿਸ ਸ਼ਕ ਰਾਜੇ ਨੂੰ ਹਰਾਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਰੁਦਰ ਸਿੰਘ ਤੀਜੇ ਨੂੰ ਉਸਨੇ ਹਰਾਇਆ ਸੀ, ਜਿਸ ਨੇ 395 ਤੋਂ 400 ਦੇ ਵਿਚਾਲੇ ਜਿਹੜਾ ਰਾਜ ਕੀਤਾ ਸੀ ਜੀ। ਨੈਕਸਟ ਹੈ ਜੀ, ਪੱਛਮੀ ਭਾਰਤ ਦੀ ਜਿੱਤ ਤੋਂ ਬਾਅਦ ਚੰਦਰਗੁਪਤ ਨੇ ਕਿਹੜੀ ਉਪਾਧੀ ਗ੍ਰਹਿਣ ਕੀਤੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਏ ਤੇ ਬੀ ਦੋਨੋਂ ਜੀ। ਸ਼ਿਕਾਰੀ ਔਰ ਵਿਕਰਮਾਦਿੱਤਿਆ ਦੀ ਉਪਾਧੀ ਜਿਹੜੀ ਹੈ ਚੰਦਰਗੁਪਤ ਨੇ ਗ੍ਰਹਿਣ ਕੀਤੀ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ 55, ਪੱਛਮੀ ਭਾਰਤ ਦੀ ਜਿੱਤ ਪਿੱਛੋਂ ਕਿਹੜੀਆਂ ਬੰਦਰਗਾਹਾਂ ਗੁਪਤ ਸਾਮਰਾਜ ਦੇ ਅਧੀਨ ਆ ਗਈਆਂ? ਸਹੀ ਆਨਸਰ ਹੈ ਜੀ ਆਪਸ਼ਨ ਈ, ਉਪਰੋਕਤ ਸਾਰੀਆਂ। ਸੋ ਪੱਛਮੀ ਭਾਰਤ ਦੀ ਜਿੱਤ ਤੋਂ ਬਾਅਦ ਜਿਹੜਾ ਹੈ ਕੈਬੇ ਤੇ ਬੜੋਜ, ਪੋਰਬੰਦਰ ਤੇ ਦਵਾਰਕਾ, ਕੈਬੇ ਤੇ ਪੋਰਬੰਦਰ, ਸੋ ਇਹ ਜਿਹੜੀਆਂ ਸਾਰੀਆਂ ਬੰਦਰਗਾਹਾਂ ਨੇ ਉਹ ਗੁਪਤ ਸਾਮਰਾਜ ਦੇ ਅਧੀਨ ਆ ਗਈਆਂ ਜੀ। ਕੁਐਸਚਨ ਨੰਬਰ 56 ਜੀ, ਚੰਦਰਗੁਪਤ ਨੇ ਕਿਸ ਪ੍ਰਸਿੱਧ ਨਗਰ ਨੂੰ ਆਪਣੀ ਦੂਜੀ ਰਾਜਧਾਨੀ ਬਣਾਇਆ? ਸਹੀ ਆਨਸਰ ਹੈ ਜੀ ਆਪਸ਼ਨ ਬੀ। ਸੋ ਦੂਜੀ ਰਾਜਧਾਨੀ ਉਸਨੇ ਬਣਾਇਆ ਸੀ ਜੀ ਉਜੈਨ ਨੂੰ ਜੀ। ਕੁਐਸਚਨ ਨੰਬਰ 57 ਹੈ ਜੀ, ਕਿਸ ਸਤੰਭ ਤੋਂ ਪਤਾ ਲੱਗਦਾ ਹੈ ਕਿ ਚੰਦਰਗੁਪਤ ਨਾਮੀ ਰਾਜੇ ਨੇ ਵੰਗ ਅਤੇ ਵਾਹਲਿਕਾ ਦੇ ਵਿਰੁੱਧ ਸਫਲਤਾਪੂਰਵਕ ਯੁੱਧ ਕੀਤੇ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਮਹਿਰੌਲੀ ਦੇ ਲੋਹ ਸਤੰਭ ਤੋਂ ਜੀ। ਸੋ ਮਹਿਰੌਲੀ ਦਾ ਸਤੰਭ ਲੇਖ ਹੈ ਜੀ, ਜਿਸ ਦੇ ਅਨੁਸਾਰ ਚੰਦਰਗੁਪਤ ਨੇ ਸਿੰਧੂ ਦੇ 7 ਮੁੱਖਾਂ ਨੂੰ ਪਾਰ ਕਰਕੇ ਵਾਹਲਿਕਾ ਦੇ ਉੱਤੇ ਜਿੱਤਾਂ ਪ੍ਰਾਪਤ ਕੀਤੀਆਂ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 58 ਜੀ, ਵੰਗ ਪ੍ਰਦੇਸ਼ ਸੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਪੂਰਬੀ ਬੰਗਾਲ ਦਾ ਪ੍ਰਦੇਸ਼ ਸੀ ਜੀ ਵੰਗ ਪ੍ਰਦੇਸ਼। ਔਰ ਉੱਥੇ ਜਿਹੜਾ ਚੰਦਰਗੁਪਤ ਦੇ ਕੁਝ ਦੁਸ਼ਮਣਾਂ ਨੇ ਮਿਲ ਕੇ ਉਸ ਦੇ ਵਿਰੁੱਧ ਗੁੱਟ ਬਣਾ ਲਿਆ ਸੀ, ਪਰੰਤੂ ਗੁਪਤ ਸਮਰਾਟ ਨੇ ਇਹਨਾਂ ਨੂੰ ਹਰਾ ਦਿੱਤਾ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 59, ਚੰਦਰਗੁਪਤ ਨੇ ਨਾਗ ਵੰਸ਼ ਦੇ ਰਾਜੇ ਦੀ ਪੁੱਤਰੀ ਨਾਲ ਵਿਆਹ ਕੀਤਾ, ਜਿਸ ਦਾ ਨਾਮ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਕੁਬੇਰ ਨਾਗ ਜੀ। ਸੋ ਨਾਗਵੰਸ਼ ਦੇ ਸਪੁੱਤਰੀ ਕੁਬੇਰ ਨਾਗ ਨਾਲ ਜਿਹੜਾ ਵਿਆਹ ਕੀਤਾ ਸੀ ਜੀ। ਭਾਵੇਂ ਸਮੁੰਦਰਗੁਪਤ ਨੇ ਨਾਗਵੰਸ਼ ਦੇ ਰਾਜਿਆਂ ਨੂੰ ਹਰਾਇਆ, ਫਿਰ ਵੀ ਉਹਨਾਂ ਦੀ ਸ਼ਕਤੀ ਪੂਰਨ ਰੂਪ ਦੇ ਵਿੱਚ ਸਮਾਪਤ ਨਹੀਂ ਸੀ ਹੋਈ ਜੀ। ਸੋ ਇਸ ਕਰਕੇ ਚੰਦਰਗੁਪਤ ਦੂਜੇ ਨੇ ਉਹਨਾਂ ਨਾਲ ਆਪਣੇ ਦਾਦੇ ਦੀ ਨੀਤੀ 'ਤੇ ਚੱਲਦੇ ਹੋਏ ਜਿਹੜਾ ਹੈ ਵਿਆਹ ਸੰਬੰਧ ਸਥਾਪਿਤ ਕੀਤੇ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 60, ਚੰਦਰਗੁਪਤ ਦੂਜੇ ਨੇ ਆਪਣੀ ਪੁੱਤਰੀ ਪ੍ਰਭਾ ਦੇਵੀ ਦਾ ਵਿਆਹ ਕਿਸ ਵੰਸ਼ ਦੇ ਰਾਜੇ ਨਾਲ ਕੀਤਾ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਵਾਕਾਟਕ ਵੰਸ਼ ਦੇ ਨਾਲ ਜੀ। ਰੁਦਰਸੈਨ ਦੂਜੇ ਦੇ ਨਾਲ ਜਿਹੜਾ ਚੰਦਰਗੁਪਤ ਦੂਜੇ ਨੇ ਆਪਣੀ ਸਪੁੱਤਰੀ ਪ੍ਰਭਾ ਦੇਵੀ ਦਾ ਵਿਆਹ ਕੀਤਾ ਸੀ ਜੀ, ਤਾਂ ਕਿ ਜਿਹੜੇ ਮਿੱਤਰਤਾਪੂਰਵਕ ਸੰਬੰਧ ਨੇ ਜਿਹੜੇ ਉਹ ਬਣੇ ਰਹਿਣ ਜੀ। ਸੋ ਇਹ ਸੀ ਜੀ ਅੱਜ ਦੇ ਆਪਣੇ 60 ਬਹੁਤ ਹੀ ਇੰਪੋਰਟੈਂਟ MCQ ਸੀ ਜੀ। ਵੀਡੀਓ ਵਧੀਆ ਲੱਗੇ, ਹੈਲਪਫੁਲ ਲੱਗੇ, ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ।
ਔਰ ਹੋਰ ਵੀਡੀਓ ਦੇਖਣ ਦੇ ਲਈ ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।